ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀਵਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਸ਼ਾਹ ਦੀ ਢੇਰੀ ਬੇਅੰਤ ਪਾਠ ਕਰਦੇ। ਸ਼ਾਹ ਦੀ ਢੇਰੀ ਬਾਜ਼ਾਰ ਵਿੱਚੋਂ ਸੰਤ ਜੀ ਚਲੇ ਜਾ ਰਹੇ ਸਨ ਕਿ ਇੱਕ ਚੰਗੇ ਗੁਰਮੁਖ ਸਿੰਘ ਭਾਈ ਗੁਰਮੁਖ ਸਿੰਘ ਜੀ ਦੀ ਹੱਟੇ ਤੇ ਖਲੋ ਗਏ। ਉਸ ਨੂੰ ਆਪ ਨੇ ਫਤਿਹ ਬੁਲਾਈ ਤੇ ਸ਼੍ਰੀ ਪੰਜਾ ਸਾਹਿਬ ਦਾ ਰਾਹ ਪੁੱਛਿਆ। ਉਸਨੇ ਆਪ ਜੀ ਨੂੰ ਮੰਜੇ ਤੇ ਬਿਠਾ ਲਿਆ ਤੇ ਬੇਨਤੀ ਕੀਤੀ, ਸੰਤ ਜੀ ਸਾਡੇ ਪਾਸ ਟਿਕੋ। ਸੰਤ ਜੀ ਨੇ ਉੱਤਰ ਵਿੱਚ ਪੰਜਾ ਸਾਹਿਬ ਜਾਣ ਦਾ ਸੰਕਲਪ ਦੱਸਿਆ। ਪ੍ਰੇਮੀ ਨੇ ਸਰਲ ਸੁਭਾਅ ਤੇ ਨਿਰਛਲ ਹਿਰਦਾ ਹੋਣ ਕਰ ਕਿਹਾ, ਗਰੀਬਾਂ ਕੋਲ ਅੱਜ ਕੱਲ੍ਹ ਸੰਤ ਕਿੱਥੇ ਟਿਕਦੇ ਹਨ? ਜਿੱਥੇ ਕੜਾਹ ਪ੍ਰਸ਼ਾਦ ਦੇ ਗੱਫੇ ਮਿਲਣ ਉੱਥੇ ਹੀ ਜਾਂਦੇ ਹਨ। ਸੰਤ ਜੀ ਪ੍ਰੇਮ ਬਸ ਮਜਬੂਰ ਹੋ ਗਏ ਤੇ ਕਿਹਾ, 7 ਵਜਣ ਟਿਕਾਂਗੇ ਪਰ ਰੁੱਖੀ ਮਿੱਸੀ ਹੀ ਖਾਵਾਂਗੇ। ਹੱਟੀ ਤੇ ਵੱਡੇ ਪੁੱਤਰ ਸੁੰਦਰ ਸਿੰਘ ਨੂੰ ਬਿਠਾ ਕੇ ਸੰਤ ਜੀ ਨੂੰ ਆਪਣੇ ਨਾਲ ਘਰ ਲੈ ਗਿਆ। ਬੂਹੇ ਤੇ ਜਾ ਕੇ ਸੁਪਤਨੀ ਰਾਧਾ ਨੂੰ ਕਿਹਾ, ਇਹ ਸੰਤ ਜੀ ਸਾਡੇ ਪਾਸ ਠਹਿਰਨਗੇ। ਪਤਨੀ ਨੇ ਕਿਹਾ, ਧੰਨ ਭਾਗ ਸੰਤ ਜੀ, ਇਹਨਾਂ ਕੋਲ 9 ਮਹੀਨੇ ਟਿਕੇ। ਇਹਨਾਂ ਦਾ ਚੰਗਾ ਕਾਰੋਬਾਰ, ਸੋਹਣਾ ਮਕਾਨ, ਗੁਰੂ ਮਹਾਰਾਜ ਦੇ ਪ੍ਰਕਾਸ਼ ਲਈ ਇਕਾਂਤ ਚੰਗਾ ਕਮਰਾ ਤੇ ਖਾਸ ਕਰਕੇ ਪਰਿਵਾਰ ਦੀ ਗੁਰਮੁਖਤਾਈ ਤੇ ਸਿੱਖੀ ਪ੍ਰੇਮ ਨੇ ਆਪ ਨੂੰ ਟਿਕਾਈ ਰੱਖਿਆ। ਆਪ ਸਾਰਾ ਦਿਨ ਤੇ ਕਈ ਵਾਰ ਸਾਰੀ ਰਾਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਕਰੀ ਜਾਂਦੇ। ਪਾਠ ਕਰਦਿਆਂ ਸਿਰ ਥੱਕ ਜਾਂਦਾ ਤਾਂ ਆਪ ਦਾ ਰੰਗ ਸਾਂਵਲਾ ਪੈ ਜਾਂਦਾ। ਮਾਈ ਰਾਧਾ ਆਪ ਦੀ ਇਹ ਹਾਲਤ ਤਾੜ ਲੈਂਦੀ। ਉਹ ਆਪ ਨਾਲ ਆਪਣੇ ਦੋਹਾਂ ਪੁੱਤਰਾਂ ਸੁੰਦਰ ਸਿੰਘ ਤੇ ਜੈ ਸਿੰਘ ਨਾਲੋਂ ਵੀ ਵੱਧ ਪਿਆਰ ਕਰਦੀ। ਉਸਨੇ ਸੰਤ ਜੀ ਨੂੰ ਕੇਸੀ ਇਸ਼ਨਾਨ ਹਰ ਤੀਜੇ ਚੌਥੇ ਦਿਨ ਕਰਾ ਦੇਣ ਤੇ ਸਿਰ ਤੇ ਮੱਖਣ ਝੱਸ ਦੇਣਾ। ਸੰਤ ਜੀ ਦੇ ਕੇਸ ਬਹੁਤ ਲੰਬੇ ਸਨ। ਖੜੇ ਹੋ ਕੇ ਇਸ਼ਨਾਨ ਕਰਦੇ ਤਾਂ ਕੇਸ ਜ਼ਮੀਨ ਤੇ ਲੱਗ ਜਾਂਦੇ। ਇੱਕ ਵਾਰੀ ਮਾਈ ਨੇ ਖਾਣ ਲਈ ਰੋਟੀ ਨਾਲ ਮੱਖਣ ਰੱਖ ਦਿੱਤਾ। ਸੰਤ ਜੀ ਨੇ ਕਿਹਾ, ਚੁੱਕ ਲਓ, ਸਾਡਾ ਬਚਨ ਰੁੱਖੀ ਸੁੱਖੀ ਖਾ ਕੇ ਰਹਿੰਦਾ ਹੈ। ਮਾਤਾ ਜੀ ਨੇ ਮੱਖਣ ਚੁੱਕ ਲਿਆ ਪਰ ਮਨ ਵਿੱਚ ਸੋਚਦੀ ਰਹੀ ਕਿ ਧੰਨ ਹੈ ਨੇ ਸੰਤ ਤੇ ਧੰਨ ਹੈ ਇਹਨਾਂ ਦੀ ਮਾਤਾ। ਸਰਦੀਆਂ ਦੀਆਂ ਰਾਤਾਂ ਵਿੱਚ ਵੀ ਆਪ ਅਡੋਲ ਬੈਠੇ ਪਾਠ ਕਰਦੇ ਰਹਿੰਦੇ। ਕਈ ਵਾਰੀ ਕੰਬਲੀ ਉੱਤਰ ਜਾਂਦੀ, ਮਾਤਾ ਜੀ ਉੱਠ ਕੇ ਉੱਪਰ ਦੇ ਆਉਂਦੇ। ਮਾਤਾ ਜੀ ਦੇ ਮੋਟੇ ਖੱਦਰ ਦਾ ਚੋਲਾ ਸਿਉਂ ਕੇ ਰਾਤ ਨੂੰ ਸੰਤ ਜੀ ਦੇ ਗਲ ਪਾ ਦਿੱਤਾ। ਸਵੇਰੇ ਸੰਤ ਜੀ ਨੇ ਕਿਹਾ, ਮਾਤਾ ਜੀ ਸਾਨੂੰ ਕੀ ਬਣਾ ਦਿੱਤਾ ਜੇ? ਤੁਸੀਂ ਸਾਡੇ ਨਾਲ ਬਹੁਤ ਪ੍ਰੇਮ ਕਰਦੇ ਹੋ। ਤੁਸੀਂ ਸਾਡੀ ਕਿਤੇ ਪਿਛਲੇ ਜਨਮ ਦੀ ਮਾਤਾ ਤਾਂ ਨਹੀਂ ਹੋ? ਸੰਤ ਜੀ ਨੇ ਇੱਕ ਦੋ ਵਾਰ ਇਹ ਕਿਹਾ ਵੀ ਕਿ ਦਰਿਆ ਚੱਲਦੇ ਭਲੇ ਤੇ ਫਕੀਰ ਰਮਤੇ ਭਲੇ, ਪਰ ਪਰਿਵਾਰ ਜਾਨ ਨਾ ਦੇਵੇ। ਆਖਿਰ ਕਾਰਨ ਬਣ ਗਿਆ। ਅਚਾਨਕ ਸ੍ਰੀ ਸੁੰਦਰ ਸਿੰਘ ਬਿਮਾਰ ਹੋ ਗਿਆ। ਸੰਤ ਜੀ ਦਾ ਇਸ ਨਾਲ ਬਹੁਤ ਪਿਆਰ ਸੀ। ਸੰਤ ਜੀ ਉਸ ਦਾ ਸਿਰ ਆਪਣੇ ਗੋਡੇ ਤੇ ਰੱਖ ਕੇ 3 ਵਾਰੀ ਵਾਹਿਗੁਰੂ 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 ਅਖਵਾਇਆ। ਉਸਨੇ ਸਵਾਸ ਦੇ ਦਿੱਤੇ। ਉਸ ਦਾ ਪ੍ਰੇਮ ਨਾਲ ਸੰਸਕਾਰ ਕੀਤਾ। ਉਸ ਦੇ ਨਮਿਤ ਪਾਠ ਨੂੰ ਜੋ ਸੰਤ ਜੀ ਨੇ ਆਪ ਹੀ ਸਾਰਾ ਕਰਕੇ 10ਵੇਂ ਦਿਨ ਭੋਗ ਪਾਇਆ, ਲੰਗਰ ਵਰਤਿਆ। ਰਾਜ ਸੰਤ ਜੀ ਮਹਾਰਾਜ ਦੇ ਕਮਰੇ ਵਿੱਚ ਹੀ ਵਿਰਾਜਦੇ ਸਨ। ਇਸ ਦੇ 2 ਦਰਵਾਜ਼ੇ ਸਨ, ਇੱਕ ਘਰ ਦੇ ਵਿਹੜੇ ਵੱਲ ਖੁੱਲ੍ਹਦਾ ਤੇ ਦੂਜਾ ਬਾਹਰ ਖੇਤਾਂ ਵੱਲ। ਅਗਲੇ ਭਲਕ 2 ਵਜੇ ਸਦਾ ਵਾਂਗ ਜਾ ਕੇ ਸੰਤ ਜੀ ਨੇ ਪੰਜਾ ਸਾਹਿਬ ਵੱਲ ਚਾਲੇ ਪਾ ਦਿੱਤੇ। ਸਵੇਰੇ ਪਰਿਵਾਰ ਨੂੰ ਪਤਾ ਲੱਗਾ ਕਿ ਮਹਾਰਾਜ ਦਾ ਪ੍ਰਕਾਸ਼ ਵੀ ਨਹੀਂ ਕੀਤਾ ਹੋਇਆ। ਖਿਆਲ ਆਇਆ ਕਿ ਕਲਯੁਗ ਵਰਤਾਉਣ ਆਦਿਕ ਦੀ ਸੇਵਾ ਕਰਦਿਆਂ ਸੰਤ ਜੀ ਥੱਕ ਗਏ ਹੋਣਗੇ, ਦੇਰ ਨਾਲ ਜਾਗੇ ਹੋਣਗੇ, ਜੰਗਲ ਪਾਣੀ ਹੋ ਕੇ ਇਸ਼ਨਾਨ ਕਰਕੇ ਆ ਜਾਣਗੇ। ਪਰ ਰਮਤੇ ਫਕੀਰ ਨੇ ਕਿੱਥੋਂ ਵਾਪਸ ਆਉਣਾ ਸੀ? ਸੰਤ ਜੀ ਸ਼੍ਰੀ ਪੰਜਾ ਸਾਹਿਬ ਜਾ ਪੁੱਜੇ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਖਸ਼ਿਸ਼ ਭਰੇ ਪੰਜੇ ਦੇ ਦਰਸ਼ਨ ਕੀਤੇ। ਸਰੋਵਰ ਵਿੱਚ ਇਸ਼ਨਾਨ ਕੀਤਾ। ਵਲੀ ਕੰਧਾਰੀ ਦੀ ਪਹਾੜੀ ਪਰ ਚੜ੍ਹੇ। ਉਸਦੇ ਹੰਕਾਰ ਦਾ ਨਕਸ਼ਾ ਸਾਹਮਣੇ ਆ ਗਿਆ। ਧੰਨ ਭਾਈ ਮਰਦਾਨਾ ਕਈ ਵਾਰੀ ਮੂੰਹੋਂ ਨਿਕਲਿਆ। ਜਦੋਂ ਖਿਆਲ ਆਇਆ ਕਿ ਇਸ ਪਿਆਸੇ ਨੇ 3 ਵਾਰੀ ਇਤਨੀ ਉਚਾਈ ਪਰ ਚੜ੍ਹ ਕੇ ਗੁਰੂ ਮਹਾਰਾਜ ਦਾ ਬਚਨ ਪਾਲਿਆ ਤੇ ਗੁਰੂ ਜੀ ਦੀ ਖੁਸ਼ੀ ਲਈ ਰਾਤ ਪਰਿਕਰਮਾ ਵਿੱਚ ਹੀ ਆਰਾਮ ਕੀਤਾ, ਸਵੇਰੇ ਕੀਰਤਨ ਸੁਣ ਕੇ ਚਾਲੇ ਪਾ ਦਿੱਤੇ। ਸੰਤ ਜੀ ਪਹਾੜ ਦੀਆਂ ਗਲੀਆਂ ਦੇ ਰਸਤੇ ਮਾਨ ਸਹਿਰੇ ਹੁੰਦੇ ਹੋਏ ਦੁਮੇਲੇ ਪੁੱਜੇ। ਦੁਮੇਲੇ ਨੇ ਮੁਜ਼ੱਫਰਨਗਰ ਵੀ ਕਹਿੰਦੇ ਹਨ ਤੇ ਬਹੁਤ ਸੁੰਦਰ ਛੋਟਾ ਜਿਹਾ ਕਸਬਾ ਹੈ। 2 ਦਰਿਆਵਾਂ ਦਾ ਮੇਲ ਇੱਥੇ ਹੁੰਦਾ ਹੈ, ਇਸੇ ਲਈ ਦੁਮੇਲੇ ਦੇ ਨਾਮ ਤੋਂ ਅਧਿਕ ਪ੍ਰਸਿੱਧ ਹੈ। ਦਰਿਆ ਜੇਹਲਮ ਸ਼੍ਰੀਨਗਰ ਬਾਰਾਮੂਲਾ ਉੜੀ ਤੋਂ ਹੁੰਦਾ ਹੋਇਆ ਪਹਾੜਾਂ ਵਿੱਚ ਸੱਪ ਵਾਂਗ ਵੱਲ ਖਾਂਦਾ ਆਉਂਦਾ ਹੈ ਤੇ ਦੂਜੇ ਪਾਸੇ ਇਸ ਨੂੰ ਹੱਸਦੀ ਨਦੀ ਕ੍ਰਿਸ਼ਨ ਗੰਗਾ ਆ ਮਿਲਦੀ ਹੈ। ਇਹਨਾਂ ਦੋਹਾਂ ਭੈਣਾਂ ਨਦੀਆਂ ਦਾ ਮਿਲਾਪ ਬੜੀ ਰਮਣੀਕ ਅਤੇ ਸੁੰਦਰ ਪਹਾੜੀ ਦੇ ਹੇਠਾਂ ਹੁੰਦਾ ਹੈ। ਸੰਤ ਜੀ ਨੇ ਇਹ ਰਮਣੀਕ ਥਾਂ ਭਜਨ ਲਈ ਚੰਗੀ ਕਾਨ ਜਾਂਚੀ। ਆਪ ਕ੍ਰਿਸ਼ਨ ਗੰਗਾ ਦੇ ਕਿਨਾਰੇ ਆਸਨ ਜਮਾ ਕੇ ਬੈਠ ਗਏ। ਸੰਤ ਭੀਮ ਸਿੰਘ ਜੀ ਸ਼ਾਮ ਨੂੰ ਫਿਰਦੇ ਹੋਏ ਇੱਥੇ ਆ ਨਿਕਲੇ ਤਾਂ ਆਪ ਨੇ ਇਹਨਾਂ ਨੂੰ ਇੱਕ ਟੱਕ ਸਮਾਧੀ ਵਿੱਚ ਵੇਖਿਆ। ਆਪ ਵਾਪਸ ਗੁਰਦੁਆਰੇ ਚਲੇ ਆਏ ਜੋ ਇਸ ਪਹਾੜੀ ਦੇ ਉੱਪਰ ਹੈ। ਇੱਥੇ ਲੰਗਰ ਵੀ ਚੱਲਦਾ ਹੈ। ਆਪ ਨੇ ਮਹੰਤ ਦਿਆ ਸਿੰਘ ਜੀ ਨਾਲ ਜ਼ਿਕਰ ਕੀਤਾ। ਇਹ ਦੋਵੇਂ ਹੀ ਗੁਰਮੁਖ ਸੰਤ ਜੀ ਕੋਲ ਆਏ ਤੇ ਆਪ ਜੀ ਨੂੰ ਉੱਪਰ ਇੱਕ ਗੁਫਾ ਵਿੱਚ ਲੈ ਆਏ ਜੋ ਇੱਥੇ ਭਜਨ ਕਰਵਾਉਣ ਵਾਲੀ ਬਣੀਆਂ ਹੋਈਆਂ ਸਨ। ਇੱਥੋਂ 1 ਮੀਲ ਦੂਰ ਪਰ ਜੇਹਲਮ ਕੰਢੇ ਸ਼੍ਰੀ ਹਰਿਗੋਬਿੰਦ ਸਾਹਿਬ ਜੀ ਮੀਰੀ ਪੀਰੀ ਦਾ ਸਥਾਨ ਦਿਸਦਾ। ਕੁਝ ਦਿਨ ਆਪ ਗੁਫਾ ਵਿੱਚ ਟਿਕੇ ਪਰ ਆਪ ਦੀ ਇੱਛਾ ਅਨੁਸਾਰ ਮਹੰਤ ਜੀ ਨੇ ਉਸੇ ਥਾਂ ਦਰਿਆ ਕੰਢੇ ਆਪ ਲਈ ਇੱਕ ਝੁੱਗੀ ਪਵਾ ਦਿੱਤੀ ਜਿੱਥੇ ਆਪ ਕਈ ਮਹੀਨੇ ਭਜਨ ਕਰਦੇ ਰਹੇ। ਫਕੀਰ ਲਈ 3 ਚੀਜ਼ਾਂ ਜ਼ਰੂਰੀ ਹਨ, ਸੁੰਦਰ ਜਲ ਦਾ ਕਿਨਾਰਾ, ਗੁਰੂ ਲੰਗਰ ਵਿੱਚੋਂ ਪ੍ਰਸ਼ਾਦਾ ਤੇ ਰਸ ਭਰੀ ਇਕਾਂਤ ਥਾਂ। ਸੋ ਇਹ ਤਿੰਨੇ ਇੱਥੇ ਮੌਜੂਦ ਸਨ। ਸਮਾਂ ਬੀਤਦਾ ਗਿਆ। ਭਜਨ ਕਰਦਿਆਂ ਸੰਤ ਰਾਮ ਸਿੰਘ ਜੀ ਨਾਲ ਕੀਤਾ ਬਚਨ ਥਮਾਲੀ ਪੂਜਨ ਦਾ ਯਾਦ ਆ ਗਿਆ ਤਾਂ ਆਪ ਨੇ ਇੱਥੋਂ ਦੀ ਸੰਗਤ ਪਾਸੋਂ ਪ੍ਰੇਮ ਨਾਲ ਆਗਿਆ ਲੈ ਕੇ ਚਾਲੇ ਪਾ ਦਿੱਤੇ।
ਕੋਹਾਲੇ ਦੇ ਰਸਤੇ ਕੋਮਰੀ ਜਾ ਪੁੱਜੇ। ਖਿਆਲ ਆਇਆ ਕਿ ਪਹਾੜ ਦੀ ਖੁੰਦਰੇ ਬੈਠ ਕੇ ਇਕਾਂਤ ਭਜਨ ਕਰੀਏ। ਸੋ ਆਪ ਨੇ ਇੱਕ ਮਿੱਟੀ ਦੀ ਕੁੰਨੀ, ਨਮਕ ਤੇ ਮਾਚਿਸ ਲੈ ਲਈ ਤੇ ਪਹਾੜ ਉੱਪਰ ਚਲੇ ਗਏ ਤਾਂ ਕਿ ਜੇ ਭੁੱਖ ਬਹੁਤ ਸਤਾਏ ਤਾਂ ਦਰਖਤਾਂ ਦੇ ਪੱਤੇ ਉਬਾਲ ਕੇ ਟੋਇਆ ਭਰ ਲੈਣ। ਫਿਰਦਿਆਂ ਹੋਇਆ ਇੱਕ ਸਵੱਛ ਜਲ ਦਾ ਚਸ਼ਮਾ ਨਜ਼ਰ ਆਇਆ। ਥਾਂ ਇਕਾਂਤ ਸੀ, ਉੱਥੇ ਆਸਣ ਲਾ ਦਿੱਤਾ। 3 ਦਿਨ ਤੇ ਰਾਤ ਭਜਨ ਮਗਨ ਰਹੇ। ਚੌਥੇ ਦਿਨ ਇੱਕ ਮਾਈ ਨੇ ਆ ਕੇ ਪ੍ਰਸ਼ਾਦਾ ਛਕ ਲੋ ਕਿਹਾ। ਆਪ ਨੇ ਨੇਤਰ ਖੋਲੇ ਤੇ ਹੈਰਾਨ ਹੋ ਕੇ ਪੁੱਛਿਆ, ਦੂਰ ਦੂਰ ਤੱਕ ਕੋਈ ਬਸਤੀ ਨਜ਼ਰ ਨਹੀਂ ਪੈਂਦੀ, ਮਾਈ ਜੀ ਤੁਸੀਂ ਕਿੱਥੋਂ ਤੇ ਕਿਸ ਤਰ੍ਹਾਂ ਆ ਗਏ ਹੋ? ਉਸਨੇ ਨਿਮਰਤਾ ਨਾਲ ਕਿਹਾ ਕਿ ਸਾਹਮਣੇ ਵਾਲੀ ਪਹਾੜੀ ਦੇ ਓਹਲੇ ਸਾਡਾ ਛੋਟਾ ਜਿਹਾ ਮੋੜਾ ਹੈ ਤੇ ਪਾਣੀ ਭਰਨ ਮੈਂ ਹਰ ਰੋਜ਼ ਇੱਥੇ ਹੀ ਆਉਂਦੀ ਸਾਂ ਤੇ ਆਪ ਨੂੰ ਵੇਖਦੀ ਰਹੀ ਹਾਂ। ਸੋ ਅੱਜ ਪ੍ਰਸ਼ਾਦਾ ਲੈ ਆਈ ਹਾਂ, ਕਿਰਪਾ ਕਰਕੇ ਛਕ ਲਓ। ਆਪ ਨੇ ਮੱਕੀ ਦੇ 2 ਪ੍ਰਸ਼ਾਦੇ ਤੇ ਸਾਗ ਹੱਥ ਤੇ ਲੈ ਲਏ। ਬੜੇ ਪ੍ਰੇਮ ਨਾਲ ਛਕ ਕੇ ਬੁੱਕ ਨਾਲ ਚਸ਼ਮੇ ਦਾ ਪਾਣੀ ਪੀ ਲਿਆ। ਉਹਨਾਂ ਨੂੰ ਨਿਸ਼ਚਾ ਹੋ ਗਿਆ ਕਿ ਦਾਣੇ ਦਾਣੇ ਪਰ ਲਿਖਾ ਹੈ ਖਾਣੇ ਵਾਲੇ ਕਾ ਨਾਮ, ਤੇ ਇਸ ਬਹਾਨੇ ਆਪਸ ਵਿੱਚ ਜੀਵਾਂ ਦਾ ਦਰਸ਼ਨ ਮੇਲਾ ਵੀ ਹੋ ਜਾਂਦਾ ਹੈ। ਸੋ ਆਪ ਪਹਾੜੋਂ ਥੱਲੋਂ ਉੱਤਰ ਆਏ ਤੇ ਰਾਵਲਪਿੰਡੀ ਆ ਗਏ। ਨੇੜੇ ਹੀ ਤਪੋਵਨ ਵਿੱਚ ਇੱਕ ਗੁਫਾ ਵਿੱਚ ਕੁਝ ਦਿਨ ਗੁਪਤ ਰਹੇ, ਪਰ ਫਿਰ ਖਿੱਚ ਸੰਤ ਰਾਮ ਸਿੰਘ ਜੀ ਦੇ ਮੇਲ ਦੀ ਪਈ ਤਾਂ ਆਪ ਦੋਬੇਰਨੇ ਦੇ ਰਸਤੇ ਥਮਾਲੀ ਆ ਗਏ, ਜਿੱਥੇ ਸੰਤ ਰਾਮ ਸਿੰਘ ਜੀ ਆਪ ਜੀ ਦੀ ਬਹੁਤ ਦੇਰ ਤੋਂ ਤਾਂਘ ਵਿੱਚ ਸਨ। ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਦੀ ਤਪੱਸਿਆ, ਘੋਰ ਤਪੱਸਿਆ। ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ। ਧੰਨ ਧੰਨ ਸਿੱਖੀ, ਧੰਨ ਧੰਨ ਗੁਰੂ ਸਿੱਖ ਗੁਰੂ ਨਾਨਕ ਦੇਵ ਜੀ ਦੀ ਫਰਮਾਈ ਹੋਈ ਬਾਣੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।